ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜੁਗੋ ਜੁਗ ਅਟਲ ਚਵਰ ਸਬਲ ਤਖਤ ਦੇ ਮਾਲਿਕ ਗੁਰਤਾ ਗਤੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਤਰਸ ਦੇ ਸਦਕਾ, ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ 8ਵੀਂ ਜੋਤ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਗੁਰੂ ਸਾਹਿਬਾਨਾਂ ਦੀਆਂ ਪਾਵਨ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਆਪ ਜੀਆਂ ਨੇ ਦਾਸ ਤੋਂ ਪਹਿਲਾਂ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀ ਸਿੰਘਾਂ ਪਾਸੋਂ ਸਤਿਗੁਰਾਂ ਜੀ ਦੀ ਪਾਵਨ ਬਾਣੀ ਅਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮਾਂ ਬਾਲਾ ਪ੍ਰੀਤਮ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇਤਿਹਾਸ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਹਾਂ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਤਰ੍ਹਾਂ ਅਸੀਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਇਕੱਤਰ ਹੋਏ ਹਾਂ, ਤਾਂ ਗਾਹੇ ਬਗਾਹੇ ਆਪ ਜੀਆਂ ਦੇ ਨਾਲ ਵਿਚਾਰਾ ਸਰਵਣ ਕਰਦਿਆਂ, ਇਤਿਹਾਸ ਦੀ ਸਾਂਝ ਪਾਉਂਦਿਆਂ ਇਹ ਵਚਨ ਸਾਂਝੇ ਕੀਤੇ ਜਾਂਦੇ ਨੇ ਕਿ ਇਤਿਹਾਸ ਆਪਣਾ ਕਦੇ ਵੀ ਪਿਛੋਕੜ ਨਹੀਂ ਛੱਡਦਾ। ਇਸੇ ਲੜੀ ਦੇ ਤਹਿਤ ਅੱਜ ਅਸੀਂ ਜਿੱਥੇ 8ਵੇਂ ਨਾਨਕ ਦੇ ਜੀਵਨ ਬਾਬਤ ਸਮਝਣ ਦਾ ਯਤਨ ਕਰਨਾ ਹੈ, ਇਹਨਾਂ ਦੇ ਇਤਿਹਾਸ ਨੂੰ ਸਮਝਣ ਦੇ ਲਈ ਅਸੀਂ ਥੋੜਾ ਜਿਹਾ ਇਹਨਾਂ ਦੇ ਪੁਰਖਿਆਂ ਬਾਬਤ, ਇਹਨਾਂ ਦੇ ਬਜ਼ੁਰਗਾਂ ਬਾਬਤ ਵੀ ਝਾਤ ਪਾਵਾਂਗੇ। ਅਸੀਂ ਆਰੰਭਤਾ ਕਰਾਂਗੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਤੋਂ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਬਾਬਾ ਪ੍ਰੀਤੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਇਹਨਾਂ ਦੇ ਵਿੱਚੋਂ ਗੁਰਤਾ ਗਤੀ ਦੇ ਵਾਰਿਸ ਧੰਨ ਗੁਰੂ ਅਰਜਨ ਸਾਹਿਬ ਜੀ ਹੋਏ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਘਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰ ਅੱਗੇ
6 ਪੁੱਤਰਾਂ ਨੇ 6 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚੋਂ 5 ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਹਨਾਂ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਜਨਮ ਹੁੰਦਾ ਹੈ ਬਾਬਾ ਧੀਰਬਲ ਜੀ ਦਾ ਤੇ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ। ਉਸੇ ਵੰਸ਼ ਦੇ ਵਿੱਚੋਂ, ਉਸੇ ਵੰਸ਼ਾਵਲੀ ਦੇ ਵਿੱਚੋਂ ਧੰਨ ਗੁਰੂ ਹਰਰਾਏ ਸਾਹਿਬ ਜੀ ਤੇ ਮਹਾਰਾਜ ਜੀ ਦੇ ਘਰ ਦੇ ਵਿੱਚ 2 ਪੁੱਤਰਾਂ ਦਾ ਜਨਮ ਹੁੰਦਾ ਹੈ, ਬਾਬਾ ਰਾਮ ਰਾਏ ਜੀ ਤੇ ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਤਾਂ ਅਸੀਂ ਆਮ ਤੌਰ ਦੇ ਉੱਤੇ ਇਹ ਵਿਚਾਰ ਵੀ ਸਰਵਣ ਕਰਦੇ ਹਾਂ, ਇਹਨਾਂ ਪੰਕਤੀਆਂ ਦੇ ਵੀ ਅਸੀਂ ਕੀਰਤਨ ਵੀ ਸਰਵਣ ਕਰਦੇ ਹਾਂ, ਵਿਚਾਰਾਂ ਵੀ ਸਰਵਣ ਕਰਦੇ ਹਾਂ ਕਿ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਜੋ ਵਾਜ। ਇਸ ਸੋਢੀ ਵੰਸ਼ ਦੇ ਵਿੱਚੋਂ ਚੱਲਦੇ ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਬਤ ਅਸੀਂ ਸਮਝਣ ਦਾ ਯਤਨ ਕਰਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਹੁੰਦਾ, ਜਿਹੜੇ ਸਾਡੇ 9ਵੇਂ ਗੁਰੂ ਹੋਏ ਨੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਗੁਰਤਾ ਗੱਦੀ ਦੇ ਹੱਕਦਾਰ, ਗੁਰਤਾ ਗੱਦੀ ਦੇ ਵਾਰਿਸ ਆਪਣੇ ਪੋਤਰੇ ਧੰਨ ਗੁਰੂ ਹਰਰਾਏ ਸਾਹਿਬ ਜੀ ਨੂੰ ਥਾਪਿਆ। ਧੰਨ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਦੇ ਘਰ 2 ਪੁੱਤਰਾਂ ਦਾ ਜ਼ਿਕਰ ਕੀਤਾ ਸੀ, ਰਾਮ ਰਾਏ ਜੀ ਤੇ ਬਾਬਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸਮਾਂ ਪੈਂਦਾ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ 1656 ਈਸਵੀ ਨੂੰ ਜੁਲਾਈ ਮਹੀਨੇ ਦੇ ਵਿੱਚ ਹੁੰਦਾ। ਅਸੀਂ ਜਾਣਦੇ ਹਾਂ, ਅਸੀਂ ਨਾਮ ਤੋਂ ਹੀ ਵਾਕਿਫ ਹੋ ਜਾਂਦੇ ਹਾਂ ਕਿ ਬਾਲਾ ਪ੍ਰੀਤਮ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਜਿਹੜੀ ਗੁਰਤਾ ਗੱਦੀ ਦੀ ਵੀ ਉਮਰ ਹੈ ਉਹ ਵੀ ਕਾਰਜਕਾਲ ਕੇਵਲ 3 ਸਾਲ ਦਾ ਬਣਦਾ ਹੈ। 1661 ਈਸਵੀ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ ਤੇ 1664 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਇਹਨਾਂ ਦੀ ਉਮਰ ਤਕਰੀਬਨ 7 ਸਾਲ 8 ਮਹੀਨੇ ਅਤੇ 19 ਦਿਨਾਂ ਦਾ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਟੋਟਲ ਉਮਰ ਦਾ ਬਣਦਾ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਅਸੀਂ ਇੱਕ ਗੱਲ ਤਾਂ ਸਪਸ਼ਟ ਤੌਰ ਦੇ ਉੱਤੇ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਦੇ ਘਰ ਜਾਂ ਗੁਰੂ ਨਾਨਕ ਦੀ ਜੋਤ ਉਮਰ ਦੀ ਮੁਹਤਾਜ ਨਹੀਂ। ਜਿੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 62 ਸਾਲ ਦੀ ਉਮਰ ਦੇ ਵਿੱਚ ਗਾਗਰ ਢਾਉਂਦੇ ਨੇ, 61-62 ਸਾਲ ਦੀ ਉਮਰ ਦੇ ਵਿੱਚ ਗਾਗਰ ਢੋ ਕੇ ਸੇਵਾ ਕਰਦੇ ਨੇ, ਉੱਥੇ ਅੱਜ 5 ਸਾਲ ਦੇ ਉਮਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਵੀ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ। ਜੋਤ ਉਹੀ ਹੈ, ਕਾਇਆ ਪਲਟ ਰਹੀ ਹੈ, ਸਰੀਰ ਬਦਲ ਰਿਹਾ, ਪਰ ਜੋਤ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਆ ਉਹੀ ਵੱਖ-ਵੱਖ ਜਾਮਿਆਂ ਦੇ ਵਿੱਚ ਵਿਚਾਰਧਾਰਾ ਚੱਲੀ ਆ ਰਹੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਹਰਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਦੀ ਧਰਤੀ ਦੇ ਉੱਤੇ, ਜਿੱਥੇ ਅੱਜ ਅਸੀਂ ਰੋਪੜ ਦੀ ਗੱਲ ਕਰ ਲਈਏ ਜਾਂ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਉਸ ਦੇ ਨਜ਼ਦੀਕ ਕੀਰਤਪੁਰ ਸਾਹਿਬ ਦਾ ਅਸੀਂ ਪਤਾਲਪੁਰੀ ਵੀ ਕਹਿ ਦਿੰਦੇ ਹਾਂ ਸਤਿਕਾਰ ਦੇ ਨਾਲ। ਉਸ ਅਸਥਾਨ ਦੇ ਉੱਤੇ, ਉਸ ਨਗਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਹੁੰਦਾ। ਧੰਨ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਆਖਰੀ ਅੰਤਮ ਸਮਾਂ ਨੇੜੇ ਆਉਂਦਾ 7ਵੇਂ ਪਾਤਸ਼ਾਹ ਜੀ ਦਾ, ਤਾਂ ਉਹ ਜਦੋਂ ਅੰਤਮ ਸਮਾਂ ਨੇੜੇ ਦੇਖ ਕੇ ਗੁਰਤਾ ਗੱਦੀ ਦੀ ਰਸਮ ਅਦਾ ਕਰਦੇ ਨੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਵਚਨ ਆਖ ਦਿੰਦੇ ਨੇ ਵੀ ਦਿੱਲੀ ਵੱਲ ਔਰੰਗਜ਼ੇਬ ਦੇ ਕੋਲ ਨਹੀਂ ਜਾਣਾ, ਚਾਹੇ ਜਿੰਨੀ ਵਾਰ ਮਰਜ਼ੀ ਸੱਦਾ ਭੇਜੇ ਉਸ ਦੇ ਮੂੰਹ ਨਹੀਂ ਲੱਗਣਾ। ਇਸ ਦਾ ਵੀ ਇੱਕ ਕਾਰਨ ਸੀ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਦੂਜੇ ਪੁੱਤਰ ਦਾ, ਅਸੀਂ ਦੂਜੇ ਪੁੱਤਰ ਦਾ ਗੱਲ ਕਰਾਂਗੇ ਰਾਮ ਰਾਏ ਜੀ ਦੀ, ਜੋਗ ਨੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਉਹਨਾਂ ਨੇ ਬਾਣੀ ਦੀ ਵਿਚਾਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ, ਕਿਉਂਕਿ ਉਸ ਤੋਂ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਚੁੱਕੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ, ਬਾਣੀ ਦਾ ਪ੍ਰਚਾਰ ਕਰਦੇ ਨੇ। ਥਾਂ ਥਾਂ ਦੇ ਉੱਤੇ ਜਾ ਕੇ ਜਿਹੜੀ ਮੰਜੀ ਪ੍ਰਥਾ ਚੱਲਦੀ ਹੈ, ਮਸੰਦ ਪ੍ਰਥਾ ਚੱਲਦੀ ਹੈ, ਉਸ ਦੇ ਪ੍ਰਥਾਏ ਚੱਲਦਿਆਂ ਨਗਰਾਂ ਨਗਰਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਨੇ। ਔਰੰਗਜ਼ੇਬ ਨੇ ਬੁਲਾਇਆ
ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਸਾਡੇ ਨਾਲ ਆ ਕੇ ਵਿਚਾਰ ਕਰੋ। ਪਰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਉੱਥੇ ਵਿਚਾਰ ਕਰਨ ਦੇ ਲਈ ਭੇਜ ਦਿੱਤਾ ਤੇ ਜਾਂਦਿਆਂ ਹੋਇਆਂ ਇਹ ਬਚਨ ਆਖ ਦਿੱਤੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਜੋ ਮੰਤਵ ਹੈ, ਜੋ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਉਸ ਦੇ ਪ੍ਰਥਾ ਹੀ ਅਸੀਂ ਚੱਲਣਾ ਹੈ, ਕੋਈ ਵੀ ਕਰਾਮਾਤ ਨਹੀਂ ਦਿਖਾਉਣੀ। ਇਤਿਹਾਸਕਾਰ ਲਿਖਦੇ ਨੇ ਬਾਬਾ ਰਾਮ ਰਾਏ ਜੀ ਦਿੱਲੀ ਆਉਂਦੇ ਨੇ, ਜਿੱਥੇ ਅੱਜ ਗੁਰਦੁਆਰਾ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ ਹੈ, ਉਸ ਦੇ ਅੰਦਰ ਇੱਕ ਖੂਹ ਹੈ। ਉਸ ਖੂਹ ਦੇ ਉੱਤੇ ਚਾਦਰ ਵਿਛਾ ਕੇ ਕਹਿੰਦੇ ਨੇ ਬਾਬਾ ਰਾਮ ਰਾਏ ਜੀ ਬੈਠ ਜਾਂਦੇ ਨੇ ਤੇ ਉੱਥੇ 72 ਕਲਾ ਵਰਤਾਈਆਂ ਜਾਂਦੀਆਂ ਨੇ, ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦੇ ਪਿਤਾ ਵੀ ਨੇ, ਗੁਰੂ ਵੀ ਨੇ। ਉਹਨਾਂ ਦੇ ਬਚਨ ਸਨ ਵੀ ਕਰਾਮਾਤ ਨਹੀਂ ਦਿਖਾਉਣੀ। ਪਹਿਲੀ ਗੱਲ ਦੀ ਉਲੰਘਣਾ ਕੀਤੀ ਕਿ ਕਰਾਮਾਤ ਦਿਖਾਈ। ਕਰਾਮਾਤ ਕਰਕੇ ਔਰੰਗਜ਼ੇਬ ਨੂੰ ਪ੍ਰਸੰਨ ਕੀਤਾ, ਔਰੰਗਜ਼ੇਬ ਨੂੰ ਖੁਸ਼ ਕੀਤਾ, ਔਰੰਗਜ਼ੇਬ ਦੇਖ ਕੇ ਖੁਸ਼ ਹੋ ਗਿਆ। ਅਗਲਾ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਔਰੰਗਜ਼ੇਬ ਦੇ ਕੰਨ ਦੇ ਵਿੱਚ ਗੱਲ ਪਾ ਦਿੱਤੀ ਕਿ ਇਹਨਾਂ ਦੇ ਨਬੀ ਨੇ, ਇਹਨਾਂ ਦੇ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ, ਉਸ ਦੇ ਵਿੱਚ ਬਚਨ ਆਖੇ ਨੇ ਮਿੱਟੀ ਮੁਸਲਮਾਨ ਕੀ। ਜਦੋਂ ਰਾਮ ਰਾਏ ਜੀ ਨੂੰ ਇਸ ਪੰਕਤੀ ਦੇ ਬਾਬਤ ਪੁੱਛਿਆ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਬਚਨ ਆਖ ਦਿੱਤੇ ਕਿ ਇਹ ਲਿਖਣ ਵਾਲਿਆਂ ਕੋਲੋਂ ਗਲਤੀ ਹੋ ਗਈ, ਇੱਥੇ ਮਿੱਟੀ ਮੁਸਲਮਾਨ ਕੀ ਨਹੀਂ, ਇੱਥੇ ਮਿੱਟੀ ਬੇਈਮਾਨ ਕੀ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਬਾਬਾ ਰਾਮ ਰਾਏ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਦੇ ਉਲਟ ਜਾਣ ਦਾ ਯਤਨ ਕੀਤਾ, ਤਾਂ ਗੁਰੂ ਹਰਿਰਾਏ ਸਾਹਿਬ ਜੀ ਨੇ ਉਸੇ ਥਾਂ ਤੋਂ ਹੀ ਉਹਨਾਂ ਨੂੰ ਪੱਤਰ ਭੇਜ ਦਿੱਤਾ ਕਿ ਸਾਡੇ ਮੂੰਹ ਨਾ ਲੱਗਿਓ, ਸਾਡੇ ਵੱਲ ਨਾ ਆਏ। ਮੈਂ ਅੱਜ ਦੇ ਹਾਲਾਤਾਂ ਦੀ ਵੀ ਗੱਲ ਕਰਾਂਗੇ, ਅਸੀਂ ਅਖੀਰ ਦੇ ਵਿੱਚ ਕਰਾਂਗੇ। ਗੁਰੂ ਹਰਿਰਾਏ ਸਾਹਿਬ ਜੀ ਦੇ ਸੁਪੁੱਤਰ ਨੇ ਬਾਬਾ ਰਾਮ ਰਾਏ ਜੀ, ਵਿਚਾਰ ਵੀ ਚੰਗੀ ਹੈ, ਬਾਣੀ ਦੇ ਲੜ ਵੀ ਲੱਗੇ ਨੇ, ਬਾਣੀ ਦਾ ਪ੍ਰਚਾਰ ਵੀ ਕਰਦੇ ਨੇ, ਪਰ ਜਿੱਥੇ ਕਿਤੇ ਦੇਖਿਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਜਾਂ ਜਿਹੜਾ ਨਿਰਮਲ ਪੰਥ ਸਾਡਾ ਚੱਲ ਰਿਹਾ ਹੈ, ਇਸ ਦੀ ਵਿਚਾਰਧਾਰਾ ਦੇ ਉਲਟ ਜਾ ਰਹੇ ਨੇ, ਉੱਥੇ ਆਪਣੇ ਪੁੱਤਰ ਨੂੰ ਵੀ ਪਾਸੇ ਕਰ ਦਿੱਤਾ ਤੇ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ, ਬਹੁਤ ਲੋਕਾਂ ਨੇ ਮਖੌਲ ਉਡਾਇਆ ਕਿ ਸਿੱਖ ਕਿਸ ਰਾਹ ਦੇ ਉੱਤੇ ਤੁਰ ਪਏ। ਇੱਕ 5 ਸਾਲ ਦੇ ਬੱਚੇ ਨੂੰ, ਮੈਂ ਬਚਨ ਆਖਦਾ ਇਹ ਲੋਕਾਂ ਦੀ ਵਿਚਾਰਧਾਰਾ ਹੈ, ਵੀ 5 ਸਾਲ ਦੇ ਬੱਚੇ ਨੂੰ ਗੁਰੂ ਮੰਨ ਕੇ ਉਸ ਨੂੰ ਮੱਥੇ ਟੇਕਣ ਲੱਗ ਗਏ ਨੇ। 5 ਸਾਲ ਦਾ ਬੱਚਾ ਇਹਨਾਂ ਦਾ ਕੀ ਪਾਰ ਉਤਾਰਾ ਕਰੇਗਾ, ਇਹਨਾਂ ਨੂੰ ਕੀ ਸੇਧ ਦੇਵੇਗਾ। ਬਹੁਤ ਇਮਤਿਹਾਨ ਲਏ ਗਏ। ਜਿੰਨੀਆਂ ਵੀ ਘਟਨਾਵਾਂ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਪੜ੍ਹਨ ਦਾ ਯਤਨ ਕਰਦੇ ਨਾ, ਸਾਰੀਆਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਮਤਿਹਾਨ ਹੀ ਲਿਆ ਗਿਆ। ਕੀਰਤਪੁਰ ਦੀ ਧਰਤੀ ਦੇ ਉੱਤੇ ਵੀ ਗੁਰੂ ਸਾਹਿਬ ਜੀ ਪਾਲਕੀ ਦੇ ਵਿੱਚ ਬੈਠ ਕੇ ਜਾ ਰਹੇ ਨੇ। ਇਤਿਹਾਸਕਾਰ ਲਿਖਦੇ ਨੇ, ਸੂਰਜ ਪ੍ਰਕਾਸ਼ ਗ੍ਰੰਥ ਦਾ ਕਰਤਾ ਕਵੀ ਸੰਤੋਖ ਸਿੰਘ ਵੀ ਇਸ ਗੱਲ ਨੂੰ ਲਿਖਦੇ ਨੇ ਆਪਣੇ ਗ੍ਰੰਥ ਦੇ ਵਿੱਚ ਕਿ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਗਰ ਦੇ ਵਿੱਚ ਜਾ ਰਹੇ ਨੇ ਪਾਲਕੀ ਦੇ ਵਿੱਚ ਬੈਠ ਕੇ, ਤਾਂ ਉਸ ਸਮੇਂ ਦੇ ਜਿਹੜੇ ਧਰਮ ਦੇ ਠੇਕੇਦਾਰ ਖਵਾਉਂਦੇ ਨੇ, ਹੋਰ ਧਰਮਾਂ ਦੇ ਲੋਕ ਜਿਹੜੇ ਮਖੌਲ ਕਰਦੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਇੱਕ ਕੋੜੀ ਨੂੰ ਬਿਠਾ ਦਿੱਤਾ, ਇੱਕ ਕੋੜੀ ਨੂੰ ਲੰਮੇ ਪਾ ਦਿੱਤਾ। ਕੋੜੀ ਆਪਣੇ ਰੋਗ ਦੇ ਕਾਰਨ ਬਹੁਤ ਰੋਂਦਾ ਹੈ, ਬਹੁਤ ਕੁਰਲਾਉਂਦਾ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੰਘ ਰਹੇ ਨੇ ਤਾਂ ਆਵਾਜ਼ ਸੁਣੀ, ਤਾਂ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਪੁੱਛਿਆ ਕਿ ਆਵਾਜ਼ ਕਿਸ ਦੀ ਹੈ, ਕੌਣ ਰੋਂਦਾ ਹੈ, ਕੌਣ ਕੁਰਲਾਉਂਦਾ ਹੈ। ਤਾਂ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਇੱਕ ਕੋੜੀ ਹੈ, ਰਸਤੇ ਦੇ ਵਿੱਚ ਵਿਲਕ ਰਿਹਾ, ਰਸਤੇ ਦੇ ਵਿੱਚ ਕੁਰਲਾ ਰਿਹਾ, ਉਸ ਦਾ ਰੋਗ ਠੀਕ ਨਹੀਂ ਹੋ ਰਿਹਾ। ਤਾਂ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਇਸ ਦਾ ਰੋਗ ਦੂਰ ਕੀਤਾ ਜਾਵੇ। ਹੈ ਤਾਂ ਇਮਤਿਹਾਨ ਸੀ, ਪਰ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇੱਕ ਰੇਸ਼ਮੀ ਕੱਪੜੇ ਦਾ ਜਿਹੜਾ ਰੁਮਾਲ ਸੀ ਨਾ, ਉਸ ਕੋੜੀ ਨੂੰ ਦਿੱਤਾ ਕਿ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੂੰ ਧਾਰਨ ਕਰਕੇ, ਗੁਰੂ ਨਾਨਕ ਸਾਹਿਬ ਜੀ ਦੀ ਕਲਾ ਨੂੰ ਆਪਣੇ ਜੀਵਨ ਦੇ ਅੰਦਰ ਸੁਰਤ ਦੇ ਵਿੱਚ ਟਿਕਾ ਕੇ ਇਸ ਰੁਮਾਲ ਨੂੰ ਇਸ ਪਿੰਡੇ ਦੇ ਉੱਤੇ ਫੇਰ ਦਿੱਤਾ ਜਾਵੇ ਤਾਂ ਸਾਰੇ ਦਾ ਸਾਰਾ ਰੋਗ ਜਿਹੜਾ ਹੈ ਉਹ ਦੂਰ ਹੋ ਜਾਵੇਗਾ। ਤਵਾਰੀਖ ਗੁਰੂ ਖਾਲਸਾ ਦੇ ਵਿੱਚ ਵੀ ਇਸ ਸਾਖੀ ਦਾ, ਇਸ ਘਟਨਾ ਦਾ ਜ਼ਿਕਰ ਕੀਤਾ ਗਿਆ। ਮੈਂ ਆਪ ਜੀ ਦੇ ਸਾਹਮਣੇ ਦੋ ਸਾਡੇ ਇਤਿਹਾਸਕ ਸਰੋਤਾਂ ਦਾ ਜ਼ਿਕਰ ਕਰ ਦਿੱਤਾ, ਇੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਤੇ ਇੱਕ ਤਵਾਰੀਖ ਗੁਰੂ ਖਾਲਸਾ ਦਾ। ਇਸ ਦੇ ਵਿੱਚ ਇਹ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ। ਸੋ ਖੈਰ ਸਮਾਂ ਬੀਤਦਾ ਗਿਆ,
ਉਧਰੋਂ ਦਿੱਲੀ ਤੋਂ ਔਰੰਗਜ਼ੇਬ ਗੁਰੂ ਸਾਹਿਬ ਜੀ ਨੂੰ ਚਿੱਠੀ ਭੇਜ ਰਿਹਾ ਵੀ ਮੈਨੂੰ ਆ ਕੇ ਮਿਲੋ, ਸਾਨੂੰ ਆ ਕੇ ਦਰਸ਼ਨ ਦਿਓ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਦਾ, ਆਪਣੇ ਗੁਰੂ ਦਾ ਹੁਕਮ ਮੰਨ ਕੇ ਉਸ ਦੀ ਗੱਲ ਨੂੰ ਕੰਨੀ ਕਤਰਾਉਂਦੇ ਨੇ। ਤਾਂ ਫਿਰ ਦਿੱਲੀ ਦਾ ਵਿੱਚ ਹੀ ਜੈਪੁਰ ਦਾ ਰਾਜਾ ਜੈ ਸਿੰਘ ਗੁਰੂ ਸਾਹਿਬ ਜੀ ਨੂੰ ਇੱਕ ਸੱਦਾ ਪੱਤਰ ਭੇਜਦਾ ਕਿ ਇੱਥੋਂ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨੀ ਚਾਹੁੰਦੀ ਹੈ, ਸੰਗਤ ਦੀ ਬੇਨਤੀ ਦੇ ਉੱਤੇ ਸਾਨੂੰ ਦਰਸ਼ਨ ਜ਼ਰੂਰ ਦਿਓ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਮਾਤਾ ਜੀ, ਸੂਝਵਾਨ ਜਿਹੜੇ ਵਿਦਵਾਨ ਉਸ ਸਮੇਂ ਸਿੱਖ ਸਨ, ਗੁਰਸਿੱਖ ਪਿਆਰੇ ਸਨ, ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕੀਤੀ ਕਿ ਸੰਗਤ ਦੇ ਬੇਨਤੀ ਦੇ ਉੱਤੇ ਗੁਰੂ ਸਾਹਿਬ ਜੀ ਨੇ ਉੱਥੋਂ ਦਿੱਲੀ ਵੱਲ ਨੂੰ ਚਾਲਾ ਪਾ। ਰਸਤੇ ਦੇ ਵਿੱਚ ਆਉਂਦੇ ਨੇ ਅੰਬਾਲੇ ਦੀ ਧਰਤੀ ਦੇ ਉੱਤੇ, ਜਿੱਥੇ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਉਸ ਸਥਾਨ ਦੇ ਉੱਤੇ ਵੀ ਆ ਕੇ ਪੰਡਿਤ ਲਾਲ ਚੰਦ ਉੱਥੇ ਦਾ ਜਿਹੜਾ ਪੰਡਿਤ ਮੰਨਿਆ ਜਾਂਦਾ, ਬੜਾ ਹੰਕਾਰੀ ਸੀ ਕਿ ਮੇਰੇ ਵਰਗਾ ਵੇਦਾਂ ਦਾ ਗਿਆਨ ਕਿਸੇ ਨੂੰ ਨਹੀਂ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਜਦ ਉਸ ਨੂੰ ਪਤਾ ਲੱਗਾ ਕਿ ਸਿੱਖਾਂ ਦੇ 8ਵੇਂ ਗੁਰੂ ਨੇ ਇੱਥੇ ਚਰਨ ਪਾਏ ਨੇ, ਤਾਂ ਜਾ ਕੇ ਜਦੋਂ ਸੰਗਤ ਦਾ ਇਕੱਠ ਦੇਖਦਾ ਤਾਂ ਕਿਸੇ ਨੂੰ ਜਾ ਕੇ ਪੁੱਛਦਾ ਵੀ ਇਹ ਕੌਣ ਨੇ। ਤਾਂ ਉੱਥੋਂ ਰੋਲਾ ਪੈਂਦਾ ਜਾਂ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਕਿ ਸਿੱਖਾਂ ਦੇ ਗੁਰੂ ਨੇ। ਤਾਂ ਉਹ ਵੀ ਮਖੌਲ ਕਰਦਾ, ਕਹਿੰਦਾ ਇੱਕ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਹੋਏ ਨੇ। ਤਾਂ ਇੱਕ ਇਹ 5 ਸਾਲ ਦਾ ਬੱਚਾ ਗੁਰੂ ਬਣ ਕੇ ਬਹਿ ਗਿਆ ਤੇ ਆਪਣੇ ਨਾਂ ਦੇ ਨਾਲ ਵੀ ਕ੍ਰਿਸ਼ਨ ਲਾ ਲਿਆ। ਜੇ ਇੰਨਾ ਹੀ ਤਾਕਤਵਰ ਹੈ, ਜੇ ਸੱਚਮੁੱਚ ਹੀ ਇੰਨਾ ਵਿਦਵਾਨ ਹੈ, ਤਾਂ ਕੀ ਉਸ ਕ੍ਰਿਸ਼ਨ ਜੀ ਨੇ ਗੀਤਾ ਲਿਖੀ, ਗੀਤਾ ਉਚਾਰਨ ਕੀਤੀ ਕਿ ਇਹ ਸਿੱਖਾਂ ਦਾ ਗੁਰੂ ਗੀਤਾ ਦੇ ਇੱਕ ਸ਼ਲੋਕ ਦੇ ਅਰਥ ਵੀ ਕਰ ਸਕਦਾ? ਜਦੋਂ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਇਹ ਗੱਲ ਦੱਸੀ, ਉਸ ਪੰਡਿਤ ਦੀ ਵਿਚਾਰਧਾਰਾ ਇਹ ਹੈ, ਪੰਡਿਤ ਇਹ ਕਹਿ ਰਿਹਾ ਕਿ ਤੁਹਾਡਾ ਗੁਰੂ ਕਿਸੇ ਗੀਤਾ ਦੇ ਇੱਕ ਸ਼ਲੋਕ ਦੇ ਅਰਥ ਵੀ ਕਰ ਸਕਦਾ। ਤਾਂ ਗੁਰੂ ਸਾਹਿਬ ਜੀ ਨੇ ਉੱਥੇ ਸਿੱਖਾਂ ਦੁਆਰਾ ਸੁਨੇਹਾ ਪਹੁੰਚਾਇਆ ਵੀ ਤੂੰ ਸਾਡੀ ਗੱਲ ਛੱਡ, ਜੇ ਅਸੀਂ ਅਰਥ ਕਰ ਵੀ ਦਿੱਤੇ, ਕੱਲ ਨੂੰ ਤੇਰੇ ਦਿਮਾਗ ਦੇ ਵਿੱਚ ਇੱਕ ਇਹ ਵੀ ਗੱਲ ਆ ਜਾਵੇਗੀ ਕਿ ਇਹ ਗੁਰੂ ਘਰ ਦੇ ਸਪੁੱਤਰ ਨੇ, ਇਹ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਨੇ, ਇਹਨਾਂ ਦੀ ਪਰਵਰਿਸ਼ ਗੁਰੂ ਘਰ ਦੇ ਵਿੱਚ ਹੋਈ ਹੈ, ਹੋ ਸਕਦਾ ਇਹਨਾਂ ਨੂੰ ਗ੍ਰੰਥਾਂ ਦਾ ਗਿਆਨ ਉੱਥੇ ਬਚਪਨ ਦੇ ਵਿੱਚ ਦਿੱਤਾ ਗਿਆ ਹੋਵੇ। ਜਿਹੜਾ ਤੇਰੇ ਇਲਾਕੇ ਦੇ ਵਿੱਚ ਕਹਿੰਦੇ ਅਨਪੜ੍ਹ ਹੈ, ਉਸ ਨੂੰ ਬੁਲਾ ਕੇ ਲਿਆ। ਤਾਂ ਉਸ ਪੰਡਿਤ ਨੇ ਕਹਿੰਦੇ ਨੇ ਕਿ ਸੱਜੂ ਝਿਊਰ ਜਾਤੀ, ਝਿਊਰ ਆ ਜਿਹੜੀ ਝੀਰ ਜਾਤੀ ਦੇ ਨਾਲ ਸੰਬੰਧਿਤ ਰੱਖਦਾ, ਉਸ ਨੂੰ ਲਿਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅੱਗੇ ਬਿਠਾ ਦਿੱਤਾ, ਜਿਹੜਾ ਕਿਸੇ ਵੀ ਦੁਨਿਆਵੀ ਵਿਦਿਆ ਨੂੰ ਵੀ ਨਹੀਂ ਜਾਣਦਾ। ਇੱਕ ਗੱਲ ਮੈਂ ਆਪ ਜੀ ਦੇ ਨਾਲ ਹੋਰ ਸਪਸ਼ਟ ਕਰ ਦਵਾਂ, ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬ੍ਰਾਹਮਣ ਜਾਤ ਹੈ ਜਾਂ ਬ੍ਰਾਹਮਣ ਦਾ ਅਹੁਦਾ ਹੈ ਜਾਂ ਪੰਡਿਤ ਹੈ, ਇਸ ਧਰਮ ਦੇ ਵਿੱਚ, ਇਸ ਮਤ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਜੇਕਰ ਬ੍ਰਾਹਮਣ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਉਹ ਬ੍ਰਾਹਮਣ ਹੀ ਹੋਵੇਗਾ। ਤੇ ਦੂਜੀ ਗੱਲ ਇਹ ਵੀ, ਜਿਹੜੇ ਗ੍ਰੰਥ ਬ੍ਰਾਹਮਣ ਪੜ੍ਹ ਸਕਦਾ, ਉਹ ਹੋਰ ਨੀਵੀਂ ਜਾਤ ਦਾ ਕੋਈ ਵੀ ਉਸ ਗ੍ਰੰਥ ਨੂੰ ਨਾ ਹੀ ਸੁਣ ਸਕਦਾ ਹੈ ਤੇ ਪੜ੍ਹਨਾ ਤਾਂ ਦੂਰ ਦੀ ਗੱਲ। ਉਹ ਨੀਵੀਂ ਜਾਤ ਦੇ ਨਾਲ ਸੰਬੰਧਿਤ ਰੱਖਦੇ ਨੇ, ਸ਼ੂਦਰ ਕੈਟਾਗਰੀ ਦੇ ਵਿੱਚ ਆਉਂਦੇ ਨੇ ਹਿੰਦੂ ਮਤ ਦੇ ਅਨੁਸਾਰ, ਸਿਮਰਤੀਆਂ ਦੇ ਅਨੁਸਾਰ। ਤੇ ਉਹ ਸ਼ੂਦਰ ਨੂੰ ਲੈ ਕੇ ਆਇਆ ਵੀ ਇਹਨੇ ਤਾਂ ਕਦੇ ਗ੍ਰੰਥ ਸੁਣੇ ਵੀ ਨਹੀਂ, ਇਸ ਦੇ ਕੋਲੋਂ ਅਰਥ ਕਰਵਾਉਂਦੇ ਆ। ਗੁਰੂ ਸਾਹਿਬ ਜੀ ਨੂੰ ਕਹਿੰਦੇ, ਜਦੋਂ ਗੁਰੂ ਸਾਹਿਬ ਜੀ ਦੇ ਸਾਹਮਣੇ ਉਸ ਸੱਜੂ ਝਿਊਰ ਨੂੰ ਬਿਠਾਇਆ ਗਿਆ ਨਾ, ਤਾਂ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਨਾਲ, ਗੁਰੂ ਸਾਹਿਬ ਜੀ ਦੀ ਨਜ਼ਰ ਦੇ ਨਾਲ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਪੰਡਿਤ ਨੇ ਉਸ ਨੂੰ ਸ਼ਲੋਕ ਸੁਣਾਏ, ਤਾਂ ਉਹਨਾਂ ਨੇ ਉਸ ਰੱਬੀ ਹੁਕਮ ਨੂੰ ਮੰਨਦਿਆਂ, ਉਸ ਅਕਾਲ ਪੁਰਖ ਨੂੰ ਯਾਦ ਕਰਦਿਆਂ ਉਸ ਦੇ ਅਰਥ ਕਰ ਦਿੱਤੇ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕੀ ਕਲਾ ਵਰਤਾ ਰਹੀ ਹੈ। ਆਪ ਜੀ ਰਾਗੀ ਸਿੰਘਾਂ ਪਾਸੋਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਰਸਾਂ ਤੋਂ ਉਚਾਰਨ ਕੀਤੇ ਹੋਏ ਬਚਨ ਸਰਵਣ ਕੀਤੇ ਨੇ। ਹਰੇਕ ਸਿੱਖ ਅੰਮ੍ਰਿਤ ਵੇਲੇ ਵੀ ਤੇ ਸੰਧਿਆ ਵੇਲੇ ਵੀ ਉਹਨਾਂ ਬਚਨਾਂ ਨੂੰ ਪੜ੍ਹਦਾ ਹੈ ਅਰਦਾਸ ਦੇ ਰੂਪ ਦੇ ਵਿੱਚ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਹੁਣ ਪਹਿਲੀ ਪੰਕਤੀ ਤੋਂ ਅਸੀਂ ਸ਼ੁਰੂ ਕਰਦੇ ਹਾਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਪਹਿਲੀ ਗੱਲ ਆ ਗਈ ਕਿ ਗੁਰੂ ਨਾਨਕ ਲਈ ਧਿਆਏ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਉਸ ਰੱਬੀ ਜੋਤ ਨੂੰ ਧਿਆਉਣਾ ਕਰਨਾ। ਫਿਰ ਅੰਗਦ ਗੁਰ ਤੇ ਅਮਰਦਾਸ, ਦੂਜੇ ਪਾਤਸ਼ਾਹ ਜੀ, ਤੀਜੇ ਪਾਤਸ਼ਾਹ ਜੀ, ਚੌਥੇ ਪਾਤਸ਼ਾਹ ਜੀ,
ਰਾਮਦਾਸੈ ਹੋਈ ਸਹਾਈ। ਫਿਰ ਇਹ ਤਿੰਨੇ ਪਾਤਸ਼ਾਹ ਜੀ ਸਹਾਈ ਵੀ ਹੋ ਗਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਇਹਨਾਂ ਤਿੰਨਾਂ ਪਾਤਸ਼ਾਹੀਆਂ ਦਾ ਧਿਆਨ ਵੀ ਸਿਮਰਨਾ ਹੈ। ਫਿਰ ਅੱਗੇ ਵਿਚਾਰਧਾਰਾ ਆ ਜਾਂਦੀ। ਮੈਂ ਇੱਕ ਪੱਖ ਬਾਣੀ ਦੇ ਵਿੱਚੋਂ ਵੀ ਆਪ ਜੀ ਦੇ ਨਾਲ ਸਾਂਝਾ ਕਰ ਦਿੰਦਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਕਿਰਪਾਸ ਨਾ ਭਰਿਆ। ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸੁਣ ਲਿਆ, ਜਾਂ ਉਹਨਾਂ ਦੇ ਬਚਨ ਆਪਣੇ ਕੰਨਾਂ ਦੇ ਨਾਲ ਸੁਣ ਲਏ, ਜਾਂ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨੂੰ ਤੱਕ ਲਿਆ, ਤਾਂ ਉਹ ਇਸ ਧਰਤੀ ਦੇ ਉੱਤੋਂ, ਉਸ ਦਾ ਸੰਸਾਰ ਦੇ ਉੱਤੋਂ ਉਸ ਦਾ ਪਾਰ ਉਤਾਰਾ ਹੋ ਗਿਆ। ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਬਚਨ ਆਖੇ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਵੀ ਸੁਣ ਲਿਆ ਵੀ ਧਿਆਈ ਸਹਾਈ ਸਿਮਰਿਐ। ਪਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਲਿਖਣਾ ਸ਼ੁਰੂ ਕਰ ਦਿੱਤਾ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਉੱਤੇ ਫਿਰ ਦੋ ਹੀ ਗੱਲਾਂ ਸਪਸ਼ਟ ਕਰ ਦਿੱਤੀਆਂ। ਧਿਆਉਣ ਦੇ ਨਾਲ ਵੀ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਵੀ ਰੋਗਾਂ ਦਾ ਨਿਪਟਾਰਾ ਹੋ ਜਾਵੇ। ਉਹ ਚਾਹੇ ਸਾਡੇ ਰੋਗ ਮਨ ਨੂੰ ਲੱਗੇ ਹੋਣ, ਚਾਹੇ ਉਹ ਰੋਗ ਸਾਡੇ ਸਰੀਰਕ ਤੌਰ ਦੇ ਉੱਤੇ। ਆਓ ਇੱਕ ਵਾਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਿਆਂ ਇਹਨਾਂ ਪੰਕਤੀਆਂ ਦਾ ਉਚਾਰਨ ਕਰੀਏ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ, ਜਿਸ ਡਿਠੈ ਸਭ ਦੁੱਖ ਜਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ। ਪੰਜੋਖਰਾ ਸਾਹਿਬ ਦੀ ਧਰਤੀ ਦੇ ਉੱਤੇ ਉਸ ਸੱਜੂ ਝੂਰ ਦੇ ਕੋਲੋਂ ਗੁਰੂ ਸਾਹਿਬ ਨੇ ਜੋ ਅਰਥ ਕਰਵਾ ਦਿੱਤੇ, ਜੋ ਉਸ ਨੂੰ ਗਿਆਨ ਬਖਸ਼ਿਸ਼ ਕਰ ਦਿੱਤਾ, ਅਸੀਂ ਉਹ ਵੀ ਘਟਨਾ ਸਮਝ ਲਈ ਜਾਂ ਸੁਣ ਲਈ। ਅਗਲਾ ਪੱਖ ਆਉਂਦਾ ਦਿੱਲੀ ਦੀ ਧਰਤੀ ਦਾ। ਜਦੋਂ ਰਾਜਾ ਜੈ ਸਿੰਘ ਦੇ ਸੱਦੇ ਦੇ ਉੱਤੇ ਗੁਰੂ ਸਾਹਿਬ ਜੀ ਦਿੱਲੀ ਪਹੁੰਚਦੇ ਨੇ, ਰਾਜਾ ਜੈ ਸਿੰਘ ਆਪਣੇ ਅਹਿਲਕਾਰਾਂ ਨੂੰ, ਆਪਣੇ ਸੇਵਕਾਂ ਨੂੰ ਗੁਰੂ ਸਾਹਿਬ ਜੀ ਨੂੰ ਲੈਣ ਦੇ ਵਾਸਤੇ ਪਾਲਕੀ ਭੇਜਦਾ ਵੀ ਗੁਰੂ ਸਾਹਿਬ ਜੀ ਨੂੰ ਲੈ ਕੇ ਆਂਦਾ ਜਾਵੇ, ਸਤਿਕਾਰ ਦੇ ਨਾਲ ਇੱਥੇ ਬੰਗਲੇ ਦੇ ਵਿੱਚ ਲਿਆਂਦਾ ਜਾਵੇ। ਮੈਂ ਇੱਕ ਵਿਚਾਰ ਹੋਰ ਆਪ ਜੀ ਦੇ ਨਾਲ ਸਾਂਝੀ ਕਰ ਦਵਾਂ। ਉਸ ਸਮੇਂ ਦਿੱਲੀ ਦੀ ਧਰਤੀ ਦੇ ਉੱਤੇ ਇਹ ਰਾਜਾ ਜੈ ਸਿੰਘ ਜੈਪੁਰ ਦਾ ਰਾਜਾ, ਉਸ ਸਮੇਂ ਉੱਥੇ ਉਦੈਪੁਰ ਦਾ ਰਾਜਾ, ਹੋਰ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਰਿਆਸਤਾਂ ਨੇ, ਸਾਰੇ ਦੇ ਉੱਥੇ ਮਹਿਲ ਨੇ, ਬੰਗਲੇ ਨੇ। ਔਰੰਗਜ਼ੇਬ ਦਾ ਵੀ ਸਥਾਨ ਉੱਥੇ ਹੀ ਹੈ, ਸ਼ਾਹਜਹਾਂ ਵੀ ਉੱਥੇ ਕਿਤੇ ਕਮਰੇ ਦੇ ਵਿੱਚ ਕਿਸੇ ਸਥਾਨ ਦੇ ਉੱਤੇ ਰਿਹਾ। ਪਰ ਮਾਫ ਕਰਨਾ, ਨਾ ਹੀ ਅੱਜ ਕਿਸੇ ਨੂੰ ਉਦੈਪੁਰ ਦੇ ਰਾਜੇ ਦਾ ਨਾਮ ਪਤਾ, ਨਾ ਹੀ ਉਦੈਪੁਰ ਦੇ ਰਾਜੇ ਦੇ ਬੰਗਲੇ ਦਾ ਪਤਾ, ਨਾ ਹੀ ਔਰੰਗਜ਼ੇਬ ਦਾ ਪਤਾ ਵੀ ਉਹ ਕਿੱਥੇ ਬਹਿੰਦਾ ਸੀ, ਨਾ ਹੀ ਕਿਸੇ ਹੋਰ ਸ਼ਾਸਕ ਦਾ ਪਤਾ। ਪਰ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਚਰਨ ਪਾਏ, ਉਹ ਬੰਗਲਾ ਵੀ ਬੰਗਲਾ ਸਾਹਿਬ ਬਣ ਗਿਆ। ਬਾਕੀ ਦੇ ਰਾਜੇ ਵੀ ਉੱਥੇ ਬੈਠੇ ਨੇ। ਹੋ ਸਕਦਾ ਉਸ ਅਸਥਾਨ ਤੋਂ, ਜੋ ਉਸ ਸਮੇਂ ਬੰਗਲਾ ਸਾਹਿਬ ਦਾ ਆਕਾਰ ਸੀ, ਜੋ ਇਮਾਰਤ ਸੀ, ਉਸ ਤੋਂ ਵੀ ਵੱਡੇ ਵੱਡੇ ਮਹਿਲ ਹੋਣ, ਪਰ ਉਹ ਅੱਜ ਉਹ ਮਹਿਲ ਖੰਡਰ ਹੋ ਗਏ, ਅੱਜ ਦਿਖਾਈ ਵੀ ਨਹੀਂ ਦਿੰਦੇ। ਇੰਨੀ ਕਿਰਪਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਉਸ ਸਥਾਨ ਦੇ ਉੱਤੇ ਕੀਤੀ ਵੀ ਜਿੱਥੇ ਗੁਰੂ ਸਾਹਿਬ ਜੀ ਨੇ ਚਰਨ ਵੀ ਪਾਏ, ਉਹ ਸਥਾਨ ਵੀ ਪੂਜਣਯੋਗ ਹੋ ਗਏ। ਉੱਥੇ ਫਿਰ ਗੁਰੂ ਸਾਹਿਬ ਜੀ ਦਾ ਇਮਤਿਹਾਨ ਲਿਆ ਗਿਆ। ਰਾਜਾ ਜੈ ਸਿੰਘ ਦੀ ਜਿਹੜੀ ਪਤਨੀ ਸੀ ਨਾ, ਉਸ ਦੇ ਘਰ ਕੋਈ ਵੀ ਔਲਾਦ ਨਹੀਂ ਸੀ। ਉਸਨੇ ਇਮਤਿਹਾਨ ਲੈਣਾ ਚਾਹਿਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਬੈਠੇ ਆ, ਵੀ ਮੈਂ ਇਹਨਾਂ ਦਾ ਇਮਤਿਹਾਨ ਲਵਾਂ। ਗੁਰੂ ਤਾਂ ਮੈਂ ਤਾਂ ਮੰਨਾਂਗੀ ਜੇ ਇਹ ਮੇਰੀ ਗੋਦੀ ਦੇ ਵਿੱਚ ਆ ਕੇ ਬੈਠ ਜਾਣ। ਉਸਨੇ ਕੀ ਕੀਤਾ, ਜਿਹੜੀ ਰਾਣੀਆਂ ਵਾਲੇ ਬਸਤਰ ਸੀ, ਜਿਹੜੀਆਂ ਰਾਣੀਆਂ ਕੱਪੜੇ ਪਹਿਨਦੀਆਂ ਸਨ, ਹਾਰ ਸ਼ਿੰਗਾਰ ਕਰਦੀਆਂ ਸਨ, ਜਿੰਨੀਆਂ ਵੀ ਰਾਜ ਮਹਿਲ ਦੇ ਵਿੱਚ ਨੌਕਰਾਣੀਆਂ ਸਨ, ਉਹਨਾਂ ਨੂੰ ਉਹ ਸਾਰੇ ਕੱਪੜੇ ਪਹਿਨਾ ਦਿੱਤੇ, ਉਹ ਸਾਰੇ ਹਾਰ ਸ਼ਿੰਗਾਰ ਉਹਨਾਂ ਦੇ ਕਰ ਦਿੱਤੇ, ਤੇ ਆਪ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਉਹਨਾਂ ਰਾਣੀਆਂ ਦੇ ਵਿੱਚ, ਉਹਨਾਂ ਸੇਵਕਾਂ ਦੇ ਵਿੱਚ, ਦਾਸੀਆਂ ਦੇ ਵਿੱਚ ਬੈਠ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੀ ਖੁੰਡੀ ਦੇ ਨਾਲ, ਆਪਣੀ ਸੋਟੀ ਦੇ ਨਾਲ ਹਰੇਕ ਦੇ ਸਿਰ ਦੇ ਉੱਤੇ ਰੱਖਦੇ ਨੇ ਤੇ ਆਖਦੇ ਨੇ, ਨੌਕਰਾਣੀ ਨੇ
ਰਾਣੀਆਂ ਵਾਲੇ ਬਸਤਰ ਪਹਿਣੇ ਨੇ, ਜਾ ਤੈਨੂੰ ਰਾਜ ਭਾਗ ਨਸੀਬ ਹੋਵੇ, ਤੂੰ ਵੀ ਰਾਜ ਕਰੇ। ਜਦੋਂ ਰਾਣੀ ਦੀ ਵਾਰੀ ਆ ਜਾਂਦੀ, ਜਿਹੜੀ ਦਾਸੀਆਂ ਵਾਲੇ ਕੱਪੜੇ ਪਾ ਕੇ ਉੱਥੇ ਬੈਠੀ ਹੈ, ਜਦੋਂ ਉਸਦੇ ਸਿਰ ਦੇ ਉੱਤੇ ਉਹ ਛੜੀ ਰੱਖਦੇ ਨੇ ਨਾ, ਤਾਂ ਉੱਥੇ ਗੁਰੂ ਸਾਹਿਬ ਜੀ ਬਚਨ ਆਖਦੇ ਨੇ, ਘਰ ਵੀ ਬੁਲਾ ਲਿਆ ਤੇ ਇਮਤਿਹਾਨ ਵੀ ਲੈ ਰਹੇ ਹੋ। ਘਰ ਵੀ ਬੁਲਾ ਲਿਆ, ਮਹਿਮਾਨ ਨਵਾਜੀ ਵੀ ਕੀਤੀ, ਉੱਤੇ ਸ਼ੰਕਾ ਵੀ ਕਰਦੇ ਹੋ ਤੇ ਇਮਤਿਹਾਨ ਵੀ ਲੈਂਦੇ। ਜਦੋਂ ਉਸਨੇ ਇਹ ਬਚਨ ਸੁਣੇ ਨਾ, ਤਾਂ ਉਸਦੇ ਮਨ ਨੂੰ ਠੋਕਰ ਵੱਜੀ, ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਢਹਿ ਪਈ। ਤਾਂ ਗੁਰੂ ਸਾਹਿਬ ਜੀ ਨੇ ਬਚਨ ਆਖਿਆ, ਜਾ ਤੇਰੇ ਘਰ ਵੀ ਔਲਾਦ ਹੋਵੇਗੀ, ਤੇਰੀਆਂ ਪੁਸ਼ਤਾਂ ਵੀ ਰਾਜ ਕਰਨਗੀਆਂ। ਅੱਜ ਵੀ ਜੈਪੁਰ ਦੀ ਧਰਤੀ ਦੇ ਉੱਤੇ ਜਾ ਕੇ ਰਾਜਾ ਮਾਨ ਸਿੰਘ ਦਾ ਜਿਹੜਾ ਬੰਸਾਵਲੀ ਨਾਮਾ ਹੈ ਨਾ, ਉਹ ਪੜ੍ਹ ਕੇ ਦੇਖ ਲਿਓ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਦੇ ਨਾਲ ਰਾਜਾ ਜੈ ਸਿੰਘ ਦੇ ਘਰ ਦੇ ਵਿੱਚ ਵੀ ਔਲਾਦ ਨੇ। ਬਾਅਦ ਦੇ ਸਮੇਂ, ਰਹਿੰਦੇ ਸਮੇਂ ਤੱਕ ਉੱਥੇ ਰਿਆਸਤਾਂ ਨੇ ਰਾਜ ਕੀਤਾ। ਇੰਨੀ ਕਿਰਪਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ। ਫਿਰ ਔਰੰਗਜ਼ੇਬ ਨੇ ਜਦੋਂ ਇਹ ਘਟਨਾਵਾਂ ਸੁਣੀਆਂ, ਇਹ ਪ੍ਰਸ਼ੰਸਾ ਸੁਣੀ, ਤਾਂ ਉਸਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਵਿਚਾਰ ਆਏ ਵੀ ਮੈਂ ਵੀ ਦਰਸ਼ਨ ਕਰਨ ਜਾਣੇ ਆ, ਹੋ ਸਕਦਾ ਮੈਨੂੰ ਵੀ ਮਾਫ ਕਰ ਦੇਣ। ਤਾਂ ਉਸਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਉੱਥੇ ਭੇਜਿਆ, ਸ਼ਾਹਜਹਾਂ। ਜਦੋਂ ਪੁੱਤਰ ਉੱਥੇ ਜਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਦਾ, ਗੁਰੂ ਸਾਹਿਬ ਜੀ ਉਸ ਨੂੰ ਦਰਸ਼ਨ ਦਿੰਦੇ ਨੇ। ਵਿਚਾਰ ਹੁੰਦੀ, ਜਦੋਂ ਉਹ ਸ਼ਾਹਜਹਾਂ ਆ ਕੇ ਰਾਮ ਰਾਏ ਜੀ ਦਾ ਪੱਖ ਪੂਰਨਾ ਸ਼ੁਰੂ ਕਰ ਦਿੰਦਾ, ਤਾਂ ਗੁਰੂ ਸਾਹਿਬ ਜੀ ਨੂੰ ਉੱਥੇ ਹੀ ਰੋਕ ਦਿੰਦੇ ਨੇ। ਰਾਮ ਰਾਏ ਜੀ ਨੇ ਕਿਉਂਕਿ ਇੱਕ ਤਾਂ ਪਿਤਾ ਦਾ ਉਲੰਘਣ ਕੀਤਾ, ਪਿਤਾ ਦੀ ਗੱਲ ਨੂੰ ਟਾਲਿਆ, ਦੂਜਾ ਗੁਰੂ ਨਾਨਕ ਦੇ ਘਰ ਦੀ ਨਿਖੇਧੀ ਕੀਤੀ, ਤੇ ਤੀਜਾ ਔਰੰਗਜ਼ੇਬ ਦੇ ਵੀ ਕੰਨ ਭਰੇ ਕਿ ਅਸਲ ਦੇ ਵਿੱਚ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਵੱਡਾ ਹਾਂ, ਗੱਦੀ ਤੇ ਹੱਕ ਮੇਰਾ ਬਣਦਾ, ਤੇ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਵੀ ਮੈਨੂੰ ਮੇਰੀ ਮਦਦ ਕੀਤੀ ਜਾਵੇ, ਮੈਨੂੰ ਉਸ ਗੱਦੀ ਦੇ ਉੱਤੇ ਬਿਠਾਇਆ ਜਾਵੇ। ਤਾਂ ਜਦੋਂ ਉਹ ਰਾਮ ਰਾਏ ਜੀ ਦੀ ਗੱਲ ਕਰਨ ਲੱਗਾ, ਤਾਂ ਉੱਥੇ ਗੁਰੂ ਸਾਹਿਬ ਜੀ ਨੇ ਉਸ ਨੂੰ ਰੋਕ ਦਿੱਤਾ। ਔਰੰਗਜ਼ੇਬ ਨੇ ਖੁਸ਼ ਹੋ ਕੇ ਉਸ ਨੂੰ ਦੂਣ ਧਰਤੀ, ਜਿਹਨੂੰ ਅੱਜ ਅਸੀਂ ਦੇਹਰਾਦੂਨ ਕਹਿੰਦੇ ਆ ਨਾ, ਉਸ ਧਰਤੀ ਦਾ ਨਾਂ ਸੀ ਦੂਣ। ਜਦੋਂ ਰਾਮ ਰਾਏ ਜੀ ਅਕਾਲ ਚਲਾਨਾ ਕਰਕੇ ਉੱਥੇ ਉਹਨਾਂ ਦਾ ਡੇਰਾ ਬਣ ਗਿਆ, ਤਾਂ ਉਸ ਧਰਤੀ ਦਾ ਨਾਮ ਬਣ ਗਿਆ ਦੇਹਰਾਦੂਨ। ਇਹ ਇਤਿਹਾਸ ਅਸੀਂ ਸੁਣਿਆ। ਸਮਾਂ ਬੀਤਦਾ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇੱਥੇ ਵੀ ਇਮਤਿਹਾਨ ਲਿਆ ਗਿਆ। ਇੱਥੇ ਵੀ ਉਹਨਾਂ ਨੇ ਰਾਣੀ ਦੇ ਉੱਤੇ ਕਿਰਪਾ ਕੀਤੀ, ਰਾਣੀ ਨੂੰ ਬਖਸ਼ਿਆ, ਉਸਦੇ ਘਰ ਵੀ ਪੁੱਤਰ ਖੇਡੇ, ਪੁੱਤਰ ਦੀਆਂ ਕਿਲਕਾਰੀਆਂ ਉਸਨੇ ਵੀ ਸੁਣੀਆਂ। ਇਹ ਇਮਤਿਹਾਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਸ 3 ਸਾਲ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਰਹੇ। ਇੰਨੇ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਇਹ ਇਮਤਿਹਾਨ ਗੁਰੂ ਸਾਹਿਬ ਜੀ ਦੇ ਸਮਾਜ ਦੇ ਲੋਕਾਂ ਨੇ ਲਏ। ਘਰੇ ਬੁਲਾ ਕੇ ਵੀ ਇਮਤਿਹਾਨ ਲੈ ਗਏ, ਰਾਹ ਜਾਂਦਿਆਂ ਦੇ ਵੀ ਇਮਤਿਹਾਨ ਲਏ ਗਏ, ਇੱਥੋਂ ਤੱਕ ਕਿ ਆਪਣੇ ਆਪ ਨੂੰ ਵਿਦਵਾਨ ਕਹਾਣ ਵਾਲਿਆਂ ਨੇ ਵੀ ਇਮਤਿਹਾਨ ਲਏ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹੀ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਆ ਰਹੀ, ਉਹੀ ਜੋਤ ਨੇ ਆਪਣੀ ਕਲਾ ਵਰਤਾਉਂਦਿਆਂ, ਉਹੀ ਜੋਤ ਨੇ ਪ੍ਰਚਾਰ ਪ੍ਰਸਾਰ ਕਰਦਿਆਂ ਆਪਣਾ ਜੀਵਨ ਨਿਰਵਾਹ ਕਰ ਦਿੱਤਾ। ਅੰਤ 30 ਮਾਰਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੀ ਧਰਤੀ ਦੇ ਉੱਤੇ ਰੋਗੀਆਂ ਦਾ ਇਲਾਜ ਕਰਦਿਆਂ, ਉੱਥੇ ਕਿਉਂਕਿ ਬੁਖਾਰ ਬਹੁਤ ਜ਼ਿਆਦਾ ਉਸ ਸਮੇਂ ਭਿਆਨਕ ਰੋਗ ਫੈਲ ਗਿਆ ਸੀ, ਚੇਚਕ ਦਾ ਰੋਗ ਜਿਹਨੂੰ ਕਹਿੰਦੇ ਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਉੱਥੇ ਰੋਗੀਆਂ ਦੀ ਸੇਵਾ ਕਰਦੇ ਨੇ, ਰੋਗੀਆਂ ਦਾ ਇਲਾਜ ਕਰਦੇ ਨੇ। ਇੱਥੋਂ ਤੱਕ ਕਿ ਸੰਗਤ ਦੇ ਦਸਵੰਧ ਦੀ ਜਿਹੜੀ ਮਾਇਆ ਆਉਂਦੀ, ਉਹ ਦਸਵੰਧ ਦੀ ਮਾਇਆ ਵੀ ਉਹਨਾਂ ਰੋਗੀਆਂ ਦੇ ਇਲਾਜ ਦੇ ਲਈ ਵਰਤ ਰਹੇ ਨੇ। ਸੇਵਾ ਕਰਦਿਆਂ, ਇਲਾਜ ਕਰਦਿਆਂ ਖੁਦ ਉਸ ਰੋਗ ਦਾ ਸ਼ਿਕਾਰ ਹੋ ਜਾਂਦੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੂੰ ਵੀ ਬੁਖਾਰ ਹੋ ਜਾਂਦਾ, ਉਹਨਾਂ ਦੇ ਸਰੀਰ ਦੇ ਵਿੱਚ ਵੀ ਚੇਚਕ ਦੇ ਰੋਗ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ। ਤੇ ਅੰਤ ਜਦੋਂ ਆਪਣਾ ਅੰਤਲਾ ਸਮਾਂ ਨੇੜੇ ਜਾਉਂਦੇ ਨੇ, ਨੇੜੇ ਆਉਂਦਾ ਦੇਖਦੇ ਨੇ, ਜਿਹੜੇ ਨਾਲ ਸਿੱਖ ਗਏ ਹੋਏ ਨੇ, ਜਿਹੜੀ ਸਿੱਖ ਸੰਗਤ ਗੁਰੂ ਸਾਹਿਬ ਜੀ ਦੇ ਨਾਲ ਗਈ ਹੋਈ ਹੈ, ਉਹਨਾਂ ਨੂੰ ਵਚਨ ਆਖ ਦਿੰਦੇ ਨੇ ਕਿ ਗੁਰੂ ਨਾਨਕ ਜੀ ਜੋਤ ਦਾ ਅਗਲਾ ਵਾਰਿਸ ਬਾਬਾ ਬਕਾਲੇ ਪਿੰਡ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਅਗਲੀ ਜੋਤ ਦਾ ਜਿਹੜਾ ਗੱਦੀ ਦਾ ਹੱਕਦਾਰ ਹੈ, ਉਹ ਬਕਾਲੇ ਸਾਹਿਬ ਦੀ ਧਰਤੀ ਦੇ ਉੱਤੇ ਵਿਰਾਜਮਾਨ ਹੈ। ਇੰਨੇ ਵਚਨ ਆਖਦੇ ਆ ਗੁਰੂ ਸਾਹਿਬ ਜੀ ਇਸ ਸੰਸਾਰ ਦੇ ਕੋਲੋਂ ਅਲਵਿਦਾ ਕਹਿੰਦੇ ਆ, ਆਪਣੀ ਜੋਤ ਨੂੰ ਉਸ ਪਰਮੇਸ਼ਰ ਦੀ ਜੋਤ ਦੇ ਵਿੱਚ ਮਿਲਾਉਂਦੇ ਆ। ਜੋਤੀ ਜੋਤ ਸਮਾ ਜਾਂਦੇ ਨੇ। ਜਿੱਥੇ ਅੱਜ ਅਸੀਂ ਇਹਨਾਂ ਬਾਲਾ ਪ੍ਰੀਤਮ ਜੀ ਦੇ ਜੀਵਨ ਦੇ ਬਾਬਤ ਇਤਿਹਾਸ ਸਰਵਣ ਕਰਨ ਦਾ ਯਤਨ ਕੀਤਾ, ਮੈਂ ਆਪ ਜੀ ਦੇ ਨਾਲ ਇੱਕ ਵਿਚਾਰ ਸਰਵਣ ਕੀਤੀ ਸੀ ਕਿ ਬਾਣੀ ਦੀ ਪੰਕਤੀ ਮੋੜਨ ਤੇ, ਬਾਣੀ ਦੀ ਪੰਕਤੀ ਦੇ ਨਾਲ ਛੇੜਛਾੜ ਕਰਨ ਤੇ ਗੁਰੂ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ। ਪਰ ਅੱਜ ਦੇ ਠੇਕੇਦਾਰ, ਅੱਜ ਦੇ ਰਾਜਨੀਤਿਕ ਲੋਕ ਜਿਹੜੇ ਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ
ਪ੍ਰਚਾਰ ਕਰਦੇ ਨੇ, ਤੋੜ ਮਰੋੜ ਕੇ ਬੋਲਦੇ ਨੇ, ਸਾਡੇ ਠੇਕੇਦਾਰ ਬਣੇ। ਅੱਜ ਉਹਨਾਂ ਨੂੰ ਸੇਵਾ ਕੀ ਲਾਉਂਦੇ ਨੇ? ਸਜ਼ਾ ਲਾਉਂਦੇ ਨੇ ਵੀ ਤੁਸੀਂ ਜਾ ਕੇ ਜੋੜੇ ਝਾੜਨੇ, ਤੁਸੀਂ ਜਾ ਕੇ ਅਖੰਡ ਪਾਠ ਸਾਹਿਬ ਕਰਾਉਣਾ, ਨਾ ਕਿ ਕਰਨਾ। ਸੁਣਨਾ ਵੀ ਨਹੀਂ, ਕਰਵਾਉਣਾ ਆ। ਜਾ ਕੇ ਬਰਤਨ ਮਾਂਜਣੇ, ਇਹ ਸਜ਼ਾ ਆ ਜਾਂ ਸੇਵਾ ਹੈ? ਇੱਕ ਗੱਲ ਸਪਸ਼ਟ ਕਰ ਲਓ। ਇਹ ਤਾਂ ਅਸੀਂ ਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਆ ਕੇ ਬਾਣੀ ਸਰਵਣ ਕਰਦੇ ਆ, ਅਸੀਂ ਜੋੜਿਆਂ ਦੀ ਸੇਵਾ ਵੀ ਕਰਦੇ ਆ, ਬਰਤਨ ਵੀ ਸਾਫ਼ ਕਰਦੇ ਆ, ਪਰ ਅੱਜ ਕਿਤੇ ਨਾ ਕਿਤੇ ਧਰਮ ਦੇ ਠੇਕੇਦਾਰਾਂ ਨੇ ਆਪਣਾ ਧਰਮ ਮੰਨਦਿਆਂ ਹੋਇਆਂ, ਆਪਣਾ ਖੁਦ ਦਾ ਧਰਮ ਸਮਝਦਿਆਂ ਹੋਇਆਂ ਸਾਡੀ ਸੇਵਾ ਨੂੰ ਵੀ ਸਜ਼ਾ ਦੇ ਵਿੱਚ ਬਦਲ ਦਿੱਤਾ। ਇੱਕ ਪਾਸੇ ਉਹ ਗੁਰੂ ਸੀ ਜਿਹਨੇ ਆਪਣੇ ਪੁੱਤਰ ਨੂੰ ਵੀ ਮੂੰਹ ਨਹੀਂ ਲਾਇਆ, ਇੱਕ ਪਾਸੇ ਉਹ ਗੁਰੂ ਦੇ ਪੁੱਤਰ ਕਹਾਉਣ ਵਾਲੇ ਆਪਣੀਆਂ ਚੌਧਰਾਂ ਦੇ ਖਾਤਰ ਗੁਰਬਾਣੀ ਨੂੰ ਪਾਸੇ ਰੱਖ ਕੇ, ਆਪਣੇ ਗੁਰੂ ਨੂੰ ਪਾਸੇ ਰੱਖ ਕੇ ਸਮਾਜ ਦੇ ਲੋਕਾਂ ਦਾ ਪੱਖ ਪੂਰਦੇ ਫਿਰਦੇ ਨੇ। ਅਸੀਂ ਇਹ ਆਪਣੇ ਜੀਵਨ ਦੇ ਅੰਦਰ ਇਹ ਵੀ ਪੱਖ ਇੱਕ ਸ਼ਾਮਲ ਕਰਨਾ ਹੈ ਕਿ ਗੁਰੂ ਨੇ ਜਦ ਆਪਣੇ ਪੁੱਤ ਨੂੰ ਬਖਸ਼ਿਆ ਤਾਂ ਅਸੀਂ ਕੌਣ ਹੁੰਦੇ ਆ ਕਿਸੇ ਨੂੰ ਬਖਸ਼ਣ ਵਾਲੇ? ਜੇਕਰ ਸਾਡੇ ਸਾਹਮਣੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਤਾਂ ਅਸੀਂ ਡਟ ਕੇ ਵਿਰੋਧ ਕਰੀਏ। ਅੱਜ ਅਸੀਂ ਇਤਿਹਾਸ ਸੁਣਿਆ, ਇਤਿਹਾਸ ਸੁਣਨ ਦਾ ਮਤਲਬ ਇਹੀ ਹੁੰਦਾ ਕਿ ਉਸ ਇਤਿਹਾਸ ਦੇ ਕੋਲੋਂ ਅਸੀਂ ਕੁਝ ਸਿੱਖੀਏ। ਜਿਹੜੀਆਂ ਕੌਮਾਂ ਨੇ ਇਤਿਹਾਸ ਸਾਂਭਿਆ ਨਾ, ਅੱਜ ਉਹੀ ਕੌਮਾਂ ਜੱਗ ਤੇ ਜਿਉਂਦੀਆਂ ਨੇ। ਮੈਂ ਅਖੀਰ ਦੇ ਵਿੱਚ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਹੈ ਆਪ ਸਭ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਵੀ ਉਹਨਾਂ ਦੇ ਇਤਿਹਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਅਤੇ ਆਪਣਾ ਜੀਵਨ ਸਫਲਾ ਬਣਾਈਏ ਜੀ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ